ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜਿਉ। ਮੈਂ ਆਸਾ ਰੱਖੀ ਚਿਤ ਮਹਿ, ਮੇਰਾ ਸਭੋ ਦੁੱਖ ਗਵਾਏ ਜਿਉ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਲਾ ਪਹਿਲਾ। ਸਿੱਧ ਗੋਸ਼ਟ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਸਿੱਧ ਸਭਾ ਕਰਵਾਸਣ ਬੈਠੇ, ਸੰਤ ਸਭਾ ਜੈਕਾਰੋ। ਤਿਸ ਆਗੈ ਰਹਿ ਰਾਸ ਹਮਾਰੀ, ਸਾਚਾ ਅਪਰ ਅਪਾਰੋ। ਮਸਤਕ ਕਾਟ ਧਰੀ ਤਿਸ ਆਗੈ, ਤਨ ਮਨ ਆਗੈ ਦਿਉ। ਨਾਨਕ ਸੰਤ ਮਿਲੈ ਸੱਚ ਪਾਈਐ, ਸਹਿਜ ਭਾਏ ਜਸ ਲਿਓ। ਕਿਆ ਭਵਿਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਕਿਆ ਭਵਿਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ। ਸਾਹਿਬੇ ਕਮਾਲ ਵਾਲੀਏ ਕੁਲ ਆਲਮ, ਚਬਰ ਛਤਰ ਤਥਾ ਵਕਤ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਨੂੰ ਹਾਜ਼ਰ ਨਾਜ਼ਰ ਮਾਣਦਿਆਂ ਹੋਇਆਂ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਈ ਰੋਜ਼ ਤੋਂ ਚੱਲ ਰਹੀ ਪਾਵਨ ਬਾਣੀ ਦੀ ਵਿਚਾਰ, ਜੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਈ। ਰਾਮ ਕਲੀ ਰਾਗ ਦੇ ਵਿੱਚ 938 ਅੰਗ ਉੱਪਰ ਸੁਭਾਏਮਾਨ ਬਾਣੀ ਸਿੱਧ ਗੋਸ਼ਟ, ਜਿਸ ਦੀ ਆਪਾਂ ਵਿਚਾਰ ਚਰਚਾ ਅੱਜ ਪਹਿਲੀ ਪੌੜੀ ਤੋਂ ਆਰੰਭ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਗੁਰਮਤ ਤੇ ਯੋਗ ਮਤ, ਗੁਰੂ ਨਾਨਕ ਪਾਤਸ਼ਾਹ ਜੀ ਤੇ ਸਿੱਧਾਂ ਯੋਗੀਆਂ ਬਾਰੇ ਪਹਿਲੇ 3 ਭਾਗਾਂ ਦੇ ਵਿੱਚ ਆਪਾਂ ਕਾਫੀ ਵਿਚਾਰ ਕਰ ਚੁੱਕੇ ਹਾਂ। ਫਿਰ ਗ੍ਰਸਤ ਯੋਗ ਮਤ ਅਨੁਸਾਰ ਤੇ ਗੁਰਮਤ ਅਨੁਸਾਰ ਕੀ ਸਿਧਾਂਤ, ਕੀ ਫਲਸਫਾ ਰੱਖਦਾ ਹੈ, ਉਸ ਬਾਰੇ ਵੀ ਆਪਾਂ ਵਿਚਾਰ ਕਰ ਚੁੱਕੇ ਹਾਂ। ਆਓ ਅੱਜ ਦੀ ਪਾਵਨ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰਦੇ ਹੋਏ ਸਾਰੇ ਤਨੋ ਮਨੋ ਧਨੋ ਆਪਣੇ ਆਪ ਨੂੰ ਮਨ ਕਰਕੇ ਹਾਜ਼ਰ ਜਾਣਦੇ ਹੋਏ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਰਾਮਕਲੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ 31 ਰਾਗਾਂ ਦੇ ਵਿੱਚ ਬਾਣੀ ਦਰਜ ਹੈ। ਇਹ ਬਾਣੀ ਰਾਮਕਲੀ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੋਈ ਦਰਜ ਕੀਤੀ ਹੈ। ਬਾਣੀ ਦਾ ਨਾਮ ਹੈ ਸਿੱਧ ਗੋਸ਼ਟ। ਸਿੱਧ ਗੋਸ਼ਟ ਦੇ ਅਰਥ ਇੱਕ ਤਾਂ ਸਿੱਧਾਂ ਦੇ ਨਾਲ ਗੱਲਬਾਤ, ਵਿਚਾਰ ਚਰਚਾ, ਦੂਸਰਾ
ਅਧਿਆਤਮਿਕ ਤੌਰ ਤੇ ਇਹਦਾ ਅਰਥ ਹੈ ਪਰਮਾਤਮਾ ਨਾਲ ਮਿਲਾਪ, ਕਿਉਂਕਿ ਸਿੱਧਾਂ ਵੱਲੋਂ ਸਵਾਲ ਹੀ ਪਰਮਾਰਥ ਵਾਲੇ ਸਨ, ਪਰ ਉਹ ਆਪਣੇ ਜੀਵਨ ਦੇ ਵਿੱਚ ਅਪਣਾਈ ਕੁਝ ਹੋਰ ਬੈਠੇ ਸਨ, ਰਸਤੇ ਕੁਝ ਹੋਰ ਚੁਣੀ ਬੈਠੇ ਸਨ। ਸੋ ਸਤਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਦੇ ਨਾਲ ਵਿਚਾਰ ਚਰਚਾ ਕੀਤੀ ਕਿ ਸਿੱਧ ਛਿਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਤੁਸੀਂ ਧਰਮੀ ਕਹਿਲਾਉਣ ਵਾਲੇ ਹੀ ਜਦੋਂ ਉੱਚੇ ਉੱਚੇ ਪਹਾੜਾਂ ਕੰਦਰਾਂ ਦੇ ਵਿੱਚ ਛਿਪ ਕੇ ਬੈਠ ਜਾਓਗੇ ਤੇ ਸੰਸਾਰ ਦਾ ਪਾਰ ਉਤਾਰਾ ਕੌਣ ਕਰੇਗਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਬਾਣੀ ਦੇ ਵਿੱਚ ਸਿੱਧਾਂ ਦੇ ਨਾਲ ਵਿਚਾਰ ਕੀਤੀ ਹੈ। ਉਸ ਵਿਚਾਰ ਨੂੰ ਬਾਣੀ ਦੇ ਵਿੱਚ ਦਰਜ ਕੀਤਾ ਹੈ। ਸਿੱਧ ਗੋਸ਼ਟ ਦੇ ਅਰਥ ਪਰਮਾਤਮਾ ਨਾਲ ਮੇਲ ਮਿਲਾਪ। ਬਾਣੀ ਦਾ ਮੁਬਾਰਕ ਬਚਨ ਹੈ, ਗੁਰੂ ਨਾਨਕ ਪਾਤਸ਼ਾਹ ਜੀ ਹੀ ਉਚਾਰਨ ਕਰਦੇ ਹਨ। 878 ਅੰਗ ਉੱਪਰ ਸੁਭਾਇਮਾਨ ਇਹ ਬਚਨ, ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ। ਕਹਿੰਦੇ ਜੋਗੀ ਭਾਵ ਕਿ ਪੁੱਗਿਆ ਹੋਇਆ ਜੋਗੀ, ਜਿਹੜਾ ਬਹੁਤ ਗਿਆਨਵਾਨ ਪੁਰਸ਼ ਬਣ ਗਿਆ ਹੈ। ਕੌਣ ਹੈ? ਸਾਧਕ ਜਿਹਨੇ ਆਪਣੇ ਆਪ ਨੂੰ ਸਾਧ ਲਿਆ ਹੈ। ਜੋਗੀ ਅਰ ਜੰਗਮ, ਜੋਗੀ ਜਿਹੜਾ ਉਸ ਪਰਮਾਤਮਾ ਦੇ ਨਾਲ ਜੁੜ ਚੁੱਕਿਆ ਹੈ, ਉਹ ਕੌਣ ਹੈ? ਗੁਰੂ ਪਾਤਸ਼ਾਹ ਜੀ ਕਹਿੰਦੇ ਏਕ ਸਿੱਧ ਜਿਨੀ ਧਿਆਇਆ। ਸਿੱਧ ਦਾ ਅਰਥ ਇੱਥੇ ਸੱਸੇ ਸਿਹਾਰੀ ਧੱਦੇ ਔਂਕੜ ਹੈ। ਇਹਦਾ ਅਰਥ ਹੈ ਸਿੱਧ ਪਰਮਾਤਮਾ, ਇੱਕ ਬਚਨ ਪੁਲਿੰਗ। ਕਹਿੰਦੇ ਜਿਨ੍ਹਾਂ ਨੇ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਧਿਆਇਆ ਹੈ, ਉਹ ਆਪਣੇ ਜੀਵਨ ਜਿਉਂਦੇ ਜੀ ਹੀ ਉੱਚੇ ਸ੍ਰੇਸ਼ਟ ਪੁਰਖ ਬਣ ਗਏ ਹਨ। ਪਰਸਤ ਪੈਰ ਸਿਜਤ ਤੇ ਸੁਆਮੀ ਅੱਖਰ ਜਿਨ ਕੋ ਆਇਆ। ਜਿਨ੍ਹਾਂ ਨੂੰ ਅਕਾਲ ਪੁਰਖ ਪਰਮਾਤਮਾ ਦਾ ਨਾਮ ਚਿੱਤ ਵਿੱਚ ਆ ਗਿਆ ਹੈ, ਕਹਿੰਦੇ ਉਹਨਾਂ ਦੇ ਜਿਹੜੇ ਚਰਨ ਹਨ, ਨਾਮ ਦੇ ਵਿੱਚ ਲੱਗੇ ਹੋਏ ਚਰਨ ਉਹਨਾਂ ਦਾ ਜੀਵਨ ਸਵਾਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਦਾ ਅਰਥ ਹੈ ਅਕਾਲ ਪੁਰਖ ਪਰਮਾਤਮਾ ਇੱਕ ਹੈ। ਉਹ ਸਦਾ ਸੱਚ ਹੈ, ਹਰ ਥਾਂ ਵਿਆਪਕ ਹੈ। ਮੂਲ ਮੰਤਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਅਕਾਲ ਪੁਰਖ ਪਰਮਾਤਮਾ ਇੱਕ ਹੈ, ਸਰਬ ਥਾਂ ਵਿਆਪਕ ਹੈ। ਸਤਨਾਮ, ਸਤ ਸਦੀਵੀ ਨਾਮ ਦਾ ਅਰਥ ਹੈ ਨਾਮਣਾ, ਹੋਂਦ। ਉਸ ਅਕਾਲ ਪੁਰਖ ਪਰਮਾਤਮਾ ਦੀ ਹੋਂਦ ਸਦਾ ਹੀ ਸੱਚੀ ਹੈ, ਜਿਸ ਨੂੰ ਪਹਿਲੇ ਸ਼ਲੋਕ ਵਿੱਚ ਦੱਸ ਦਿੱਤਾ, ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਹਮੇਸ਼ਾ ਸੱਚ ਹੈ, ਉਹ ਸਦਾ ਸੱਚ ਹੈ। ਇਸੇ ਕਰਕੇ ਹੀ ਪਾਤਸ਼ਾਹ ਜੀ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਸਤਨਾਮ ਸਦਾ ਸਤਨਾਮ। ਸਤਨਾਮ ਉਹ ਹਮੇਸ਼ਾ ਹੀ ਸਤ ਹੈ, ਹਮੇਸ਼ਾ ਹੈ। ਕਰਤਾ ਪੁਰਖ ਅਕਾਲ ਪੁਰਖ ਪਰਮਾਤਮਾ ਆਪੇ ਕ੍ਰੀਏਟਰ ਹੈ, ਰਚਣ ਵਾਲਾ ਹੈ, ਕ੍ਰੀਏਸ਼ਨ ਕਰਨ ਵਾਲਾ ਹੈ। ਉਹ ਹਰ ਸਮੇਂ ਕ੍ਰੀਏਟ ਕਰ ਰਿਹਾ ਹੈ। ਅਸੀਂ ਭੋਜਨ ਖਾਂਦੇ ਹਾਂ, ਉਹ ਭੋਜਨ ਦੇ ਵਿੱਚੋਂ ਖੂਨ ਬਣਾਉਂਦਾ ਹੈ। ਸਾਡੇ ਵਿੱਚ ਸਵਾਸ ਚੱਲਦੇ ਨੇ, ਸੈੱਲ ਮਰਦੇ ਨੇ, ਜੰਮਦੇ ਨੇ, ਬੁਢੇਪਾ ਆਉਂਦਾ, ਜਵਾਨੀ ਆਉਂਦੀ ਏ, ਬਚਪਨ ਤੋਂ ਬਾਅਦ ਜਵਾਨੀ ਤੋਂ ਬਾਅਦ ਬੁਢੇਪਾ। ਉਹ ਸਾਰੀ ਜਿੰਨੀ ਕਿਰਿਆ ਹੈ, ਉਹ ਸਾਰੀ ਦੀ ਸਾਰੀ ਹੀ ਕਰਤੇ ਪੁਰਖ ਦੀ ਕ੍ਰੀਏਸ਼ਨ ਦੇ ਵਿੱਚ ਚੱਲ ਰਹੀ ਹੈ। ਕਰਤਾ ਪੁਰਖ, ਪੁਰਖ ਦਾ ਅਰਥ ਹੈ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਇਕੱਲਾ ਕਰਤਾ ਹੀ ਨਹੀਂ, ਇਸ ਸ੍ਰਿਸ਼ਟੀ ਨੂੰ ਰਚ ਕੇ ਫਿਰ ਇਸ ਦੇ ਵਿੱਚ ਬੈਠ ਗਿਆ ਹੈ। ਉਹ ਇਸ ਨੂੰ ਦੇਖ ਰਿਹਾ ਹੈ। ਇਸ ਦੇ ਬਾਰੇ ਬਾਣੀ ਦੇ ਵਿੱਚ ਸਾਨੂੰ ਅਨੇਕਾਂ ਥਾਂ ਤੇ ਪ੍ਰਮਾਣ ਮਿਲ ਜਾਂਦੇ ਨੇ। ਜਿਵੇਂ ਅਕਾਲ ਪੁਰਖ ਪਰਮਾਤਮਾ ਦੇ ਲਈ ਜਦੋਂ ਜੁੜਿਆਂ ਹੋਇਆਂ ਨੇ ਗੱਲ ਕੀਤੀ ਤਾਂ ਉਹਨਾਂ ਨੇ ਇੱਥੋਂ ਤੱਕ ਗੱਲ ਕਹਿ ਦਿੱਤੀ, ਇਹ
जग सच्चे की है कोठड़ी, सच्चे का विच बास। ये जगत संसार सच्चे मालक ਦੀ ਕੋਠੜੀ ਹੈ ਤੇ ਇਸ ਦੇ ਵਿੱਚ ਉਹਦਾ ਵਾਸਾ ਹੈ, ਹਰ ਸਮੇਂ ਹਾਜ਼ਰ ਹੈ। ਘਟ ਘਟ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਹਰ ਇੱਕ ਘਟ ਘਟ ਦੇ ਵਿੱਚ ਮਾਲਕ ਪਰਮਾਤਮਾ ਬੈਠਾ ਹੈ। ਬਾਣੀ ਨੇ ਇੱਥੋਂ ਤੱਕ ਵੀ ਬਖਸ਼ਿਸ਼ ਕੀਤੀ ਹੈ, ਕਹਿੰਦੇ ਜੇਕਰ ਤੂੰ ਇਸ ਸਰੀਰ ਨੂੰ ਵੀ ਧਿਆਨ ਦੇ ਨਾਲ ਦੇਖੇ, ਜੋ ਬ੍ਰਹਮੰਡੇ ਸੋਈ ਪਿੰਡੈ, ਜੋ ਖੋਜੈ ਸੋ ਪਾਵੈ। ਜੋ ਬ੍ਰਹਮੰਡ ਦੇ ਵਿੱਚ ਹੈ ਉਹ ਇਸ ਸਰੀਰ ਦੇ ਵਿੱਚ ਦਰਜ ਹੈ, ਮੌਜੂਦ ਹੈ। ਪੰਜ ਤੱਤਾਂ ਦਾ ਇਹ ਬ੍ਰਹਮੰਡ ਬਣਿਆ ਹੋਇਆ, ਪੰਜ ਤੱਤਾਂ ਦਾ ਹੀ ਇਹ ਸਰੀਰ ਬਣਿਆ ਹੋਇਆ। ਇਸ ਕਰਕੇ ਕਹਿੰਦੇ ਜੇਕਰ ਖੋਜਣਾ ਹੈ ਤਾਂ ਆਪਣੇ ਅੰਦਰੋਂ ਖੋਜ, ਬੰਦੇ ਖੋਜ ਦਿਲ ਹਰ ਰੋਜ਼, ਫਿਰ ਪਰੇਸ਼ਾਨੀ ਨਾ ਹੈ। ਆਪਣੇ ਆਪ ਨੂੰ ਖੋਜਣਾ ਸ਼ੁਰੂ ਕਰ ਦੇ, ਆਪਣੀ ਖੋਜ ਕਰ। ਸੋ ਕਰਤਾ ਪੁਰਖ ਜਿਹੜਾ ਕਰਨਹਾਰ ਪਰਮਾਤਮਾ ਸ੍ਰਿਸ਼ਟੀ ਦਾ ਰਚਨਹਾਰ ਹੈ। ਕੀਤਾ ਪਸਾਓ ਏਕੋ ਕਬਾਓ, ਤਿਸਤੇ ਹੋਏ ਲੱਖ ਦਰਿਆਓ। ਉਸ ਮਾਲਕ ਤੋਂ ਹੀ ਸਾਰਾ ਕੁਝ ਪੈਦਾ ਹੋਇਆ ਹੈ, ਕਿਉਂਕਿ ਉਹ ਇੱਕ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਦਿਨ ਦੇ ਤੋਟ ਨਾ ਆਵਈ, ਅਗਣਤ ਭਰੇ ਭੰਡਾਰ। ਉਹਦੇ ਭੰਡਾਰੇ ਹਮੇਸ਼ਾ ਭਰੇ ਨੇ, ਉਹਦੇ ਭੰਡਾਰਿਆਂ ਦੇ ਵਿੱਚ ਕਦੇ ਵੀ ਤੋਟ ਨਹੀਂ ਹੋਣੀ। ਅੱਗੇ ਹੈ ਅਕਾਲ ਮੂਰਤ। ਉਹ ਅਕਾਲ ਪੁਰਖ ਜਿਹੜਾ ਪਰਮਾਤਮਾ ਹੈ, ਉਸ ਨੂੰ ਅਕਾਲ ਕਿਉਂ ਕਿਹਾ ਗਿਆ? ਕਿਉਂਕਿ ਉਹਦੇ ਪਹਿਲੇ ਗੁਣ ਨੇ, ਉਹ ਸਦੀਵੀ ਹੋਂਦ ਹੈ, ਕਾਲ ਦੇ ਵਿੱਚ ਨਹੀਂ ਆਉਂਦਾ। ਉਹ ਕਰਤਾ ਪੁਰਖ ਹੈ, ਉਹਨੂੰ ਕੋਈ ਬਣਾਉਣ ਵਾਲਾ ਨਹੀਂ, ਜਦ ਕਿ ਸਾਰੀ ਸ੍ਰਿਸ਼ਟੀ ਉਸ ਨੇ ਬਣਾਈ ਹੈ, ਮਾਲਕ ਨੇ। ਨਿਰਭਉ, ਨਿਰਵੈਰ। ਉਹਦੇ ਵਿੱਚ ਇਹ ਵੀ ਗੁਣ ਨੇ ਵੀ ਉਹ ਨਿਰਭਉ ਵੀ ਹੈ ਤੇ ਨਿਰਵੈਰ ਵੀ ਹੈ। ਇਸੇ ਕਰਕੇ ਉਹ ਅਕਾਲ ਮੂਰਤ ਹੈ। ਉਹਦੀ ਹਸਤੀ ਹੈ ਜਿਹੜੀ, ਉਹ ਕਾਲ ਤੋਂ ਰਹਿਤ ਹੈ, ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ। ਉਹ ਸਮੇਂ ਦੀ ਵੰਡ ਦੇ ਵਿੱਚ ਨਹੀਂ ਆਉਂਦਾ। ਉਹ ਮਾਲਕ ਨਿਰਭਉ ਹੈ, ਭੈ ਭਾਵਨਾ ਤੋਂ ਰਹਿਤ ਹੈ, ਵੈਰ ਦੀ ਭਾਵਨਾ ਤੋਂ ਰਹਿਤ ਹੈ। ਸਾਡੇ ਵਿੱਚ ਡਰ ਦੀ ਭਾਵਨਾ ਹੈ, ਸਾਡੇ ਵਿੱਚ ਵੈਰ ਵਿਰੋਧ ਦੀ ਭਾਵਨਾ ਹੈ, ਪਰ ਉਹ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਤਾਂ ਕੋਈ ਵੈਰ ਹੀ ਨਹੀਂ, ਕੋਈ ਭਉ ਹੀ ਨਹੀਂ, ਡਰ ਹੀ ਨਹੀਂ। ਤੇ ਇਸੇ ਕਰਕੇ ਹੀ ਗੁਰੂ ਸਾਹਿਬਾਨ ਜੀ ਦਾ ਜੀਵਨ ਤੇ ਸਿੱਖਾਂ ਦਾ ਜੀਵਨ ਜਦੋਂ ਵੇਖਣ ਦਾ ਯਤਨ ਕਰਾਂਗੇ ਨਾ, ਉਹ ਵੀ ਇਹੀ ਗੱਲ ਦੇ ਧਾਰਨੀ ਨੇ ਕਿ ਨਾ ਡਰੋ, ਨਾ ਅਵਰ ਕਿਸੇ ਹੋਰ ਨੂੰ ਡਰਾਉਣ ਦੀ ਗੱਲ, ਨਾ ਮੈਂ ਆਪ ਡਰਦਾ ਹਾਂ ਨਾ ਕਿਸੇ ਨੂੰ ਡਰਾਉਂਦਾ ਹਾਂ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਣ ਦੀ ਗੱਲ ਹੈ। ਨਾ ਕਿਸੇ ਨੂੰ ਭੈ ਦੇਣਾ, ਨਾ ਕਿਸੇ ਦਾ ਭੈ ਲੈਣਾ। ਨਿਰਵੈਰ, ਸਤਿਗੁਰ ਅੰਦਰੋਂ ਨਿਰਵੈਰ ਹੈ। ਸਤਿਗੁਰੂ ਅੰਦਰੋਂ ਨਿਰਵੈਰ ਹੈ, ਵੈਰ ਦੀ ਭਾਵਨਾ ਨਹੀਂ ਸਤਿਗੁਰੂ। ਇਸੇ ਕਰਕੇ ਉਹ ਅਕਾਲ ਮੂਰਤ ਹੈ। ਉਸ ਦੀ ਹਸਤੀ ਸਮੇਂ ਦੇ ਪ੍ਰਭਾਵ ਤੋਂ ਪਰੇ ਹੈ, ਕਿਉਂਕਿ ਇਸ ਸਮੇਂ ਦੇ ਪ੍ਰਭਾਵ ਦੇ ਵਿੱਚ ਹੀ ਮਨੁੱਖ ਡਰਦਾ ਵੀ ਹੈ ਤੇ ਵੈਰ ਵੀ ਕਮਾਉਂਦਾ ਹੈ। ਅਕਾਲ ਮੂਰਤ, ਉਸ ਦੀ ਹਸਤੀ ਹੈ ਜਿਹੜੀ ਪਰਮਾਤਮਾ ਦੀ, ਉਹ ਕਾਲ ਤੋਂ ਰਹਿਤ ਹੈ, ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ। ਭੂਤ, ਭਵਿੱਖ ਤੇ ਵਰਤਮਾਨ ਕਾਲ, ਉਹ ਤਿੰਨਾਂ ਕਾਲਾਂ ਦੇ ਵਿੱਚ ਨਹੀਂ ਆਉਂਦਾ। ਪਾਸਟ, ਪ੍ਰੈਜੈਂਟ ਤੇ ਫਿਊਚਰ, ਇਹਨਾਂ ਤਿੰਨਾਂ ਟੈਂਸਾਂ ਤੋਂ, ਤਿੰਨਾਂ ਕਾਲਾਂ ਤੋਂ ਪਰਮਾਤਮਾ ਦੀ ਹਸਤੀ ਜਿਹੜੀ ਉਹ ਪਰੇ ਹੈ। ਅਜੂਨੀ, ਉਹਦੀ ਹਸਤੀ ਕਾਲ ਤੋਂ ਪਰੇ ਤਾਂ ਹੈ ਕਿਉਂਕਿ ਉਹ ਜੂਨਾਂ ਵਿੱਚ ਨਹੀਂ ਆਉਂਦਾ, ਉਹ ਅਜੂਨੀ ਹੈ। ਆੜਾ ਅਗੇਤਰ ਲੱਗ ਗਿਆ, ਅਜੂਨੀ, ਜੂਨਾਂ ਤੋਂ ਰਹਿਤ। ਪਰਮਾਤਮਾ ਜੀ ਕਿਸੇ ਵੀ ਜੂਨ ਦੇ ਵਿੱਚ ਨਹੀਂ ਆਉਂਦੇ। ਸੋ ਮੁਖ ਜਲੋ ਜਿਤ ਕਹਿ ਠਾਕੁਰ ਜੂਨੀ ਆਵੇ। ਜਿਹੜਾ ਮੂੰਹ ਕਹਿੰਦਾ ਵੀ ਪਰਮਾਤਮਾ ਜੂਨਾਂ ਦੇ ਵਿੱਚ ਆਉਂਦਾ, ਉਹ ਕਹਿੰਦੇ ਮੂੰਹ ਸੜ ਕੇ ਸਵਾਹ ਹੋ ਜਾਵੇ। ਸੋ ਇਸ ਕਰਕੇ ਅਕਾਲ ਪੁਰਖ ਪਰਮਾਤਮਾ ਕਦੇ ਵੀ ਜੂਨਾਂ ਦੇ ਵਿੱਚ ਨਹੀਂ ਆਉਂਦਾ। ਅਗਲਾ ਵਚਨ ਹੈ, ਕਹਿੰਦੇ ਸੈ ਭੰ। ਸੈ ਭੰ ਦਾ ਅਰਥ ਹੈ ਸਵੈ ਭੂ, ਆਪਣੇ ਆਪ ਤੋਂ ਪ੍ਰਕਾਸ਼ ਹੋਣਾ, ਆਪਣੇ ਆਪ ਤੋਂ ਆਪਣਾ ਪ੍ਰਕਾਸ਼ ਕਰਨਾ। ਗੁਰ ਪ੍ਰਸਾਦ, ਐਸੇ ਗੁਣਾਂ ਵਾਲਾ ਮਾਲਕ ਹੈ ਜਿਹੜਾ ਉਹ ਗੁਰੂ ਗਿਆਨ ਦੀ ਕਿਰਪਾ ਦੇ ਨਾਲ ਮਿਲ ਪੈਂਦਾ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ, ਉਹ ਅਕਾਲ ਪੁਰਖ ਪਰਮਾਤਮਾ ਸੱਚੇ ਸਤਿਗੁਰੂ ਗਿਆਨ ਦੀ ਕਿਰਪਾ ਦੇ ਦੁਆਰਾ ਮਿਲ ਪੈਂਦਾ ਹੈ, ਬਖਸ਼ਿਸ਼ ਹੋ ਜਾਂਦੀ ਹੈ। ਪਹਿਲੀ ਪੰਕਤੀ ਹੈ, ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ।
ਗੁਰੂ ਪਾਤਸ਼ਾਹ ਜੀ ਦੇ ਸਾਹਮਣੇ ਸਿੱਧ ਸੀ ਜਿਹੜੇ ਉਹ ਆਸਣ ਲਗਾ ਕੇ ਬੈਠ ਗਏ। ਵੱਡੇ ਵੱਡੇ ਕਰਾਮਾਤੀ ਸਾਧਨ ਆਸਣ ਲਗਾ ਕੇ ਬੈਠ ਗਏ। ਸੰਤ ਸਭਾ ਜੈਕਾਰੋ ਤੇ ਗੁਰੂ ਪਾਤਸ਼ਾਹ ਜੀ ਨੂੰ ਆਖਣ ਲੱਗੇ ਕਿ ਤੂੰ ਸਾਨੂੰ ਆ ਕੇ ਨਮਸਕਾਰ ਕਰ, ਪ੍ਰਣਾਮ ਕਰ। ਪਰ ਗੁਰੂ ਸਾਹਿਬ ਜੀ ਕੀ ਕਹਿੰਦੇ, ਜਿਹੜਾ ਗੁਰੂ ਪਾਤਸ਼ਾਹ ਜੀ ਦਾ ਸਿਧਾਂਤ ਹੈ ਸਿੱਧ ਸਭਾ ਕਰ ਆਸਣ ਬੈਠੇ, ਗੁਰੂ ਸਾਹਿਬ ਦਾ ਸਿਧਾਂਤ ਹੈ ਕਹਿੰਦੇ ਸਤ ਸੰਗਤ ਦੇ ਵਿੱਚ ਬੈਠਣਾ ਤੇ ਉਹਨਾਂ ਨੂੰ ਹੀ ਅੱਗੇ ਜਾ ਕੇ ਪ੍ਰਣਾਮ ਕਰਨਾ। ਕਿਉਂਕਿ ਇੱਥੇ ਸਤ ਸੰਗਤ ਦੀ ਮਹਾਨਤਾ ਹੈ। ਇੱਥੇ ਚਾਰ ਬੰਦਿਆਂ ਦੇ ਇਕੱਠ ਨੂੰ ਸੰਗਤ ਨਹੀਂ ਕਿਹਾ ਜਾ ਸਕਦਾ। ਸੰਗਤ ਕੀ ਹੈ ਇਹ ਬੰਦਿਆਂ ਦੇ ਵਿੱਚ ਬਹਿ ਕੇ ਪਤਾ ਲੱਗੂ ਵੀ ਉਹ ਸੰਗਤ ਕਰ ਰਹੇ ਨੇ ਜਾਂ ਕੁਸੰਗਤ ਕਰ ਰਹੇ ਨੇ। ਸੰਗਤ ਦੀ ਜਿਹੜੀ ਉਦਾਹਰਨ ਸਾਨੂੰ ਬਾਣੀ ਦੇ ਵਿੱਚੋਂ ਮਿਲਦੀ ਹੈ। ਸਤਿਗੁਰੂ ਕਹਿੰਦੇ ਸਤ ਸੰਗਤ ਕੈਸੀ ਜਾਣੀਐ ਜਿੱਥੈ ਇੱਕੋ ਨਾਮ ਵਖਾਣੀਐ। ਸਤ ਸੰਗਤ ਕਿਹੋ ਜਿਹੀ ਜਾਣੀਏ, ਕੀ ਹੁੰਦੀ ਹੈ ਸਤ ਸੰਗਤ? ਕਹਿੰਦੇ ਸਤ ਸੰਗਤ ਉਹ ਹੈ ਜਿੱਥੇ ਇੱਕੋ ਨਾਮ ਦੀ ਵਰਖਾ ਹੁੰਦੀ ਹੈ, ਇੱਕੋ ਨਾਮ ਦੀ ਵਿਚਾਰ ਹੁੰਦੀ ਹੈ, ਇੱਕੋ ਨਾਮ ਨੂੰ ਵਿਚਾਰਿਆ ਜਾਂਦਾ ਹੈ। ਇੱਕੋ ਨਾਮ ਹੁਕਮ ਹੈ। ਅਕਾਲ ਪੁਰਖ ਜੀ ਦਾ ਹੁਕਮ ਹੀ ਕੀ ਹੈ? ਨਾਮ, ਸਿਰਫ ਤੇ ਸਿਰਫ ਨਾਮ। ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਹੇ ਨਾਨਕ, ਸਤਿਗੁਰੂ ਨੇ ਬੁਝਾ ਦਿੱਤਾ ਹੈ, ਸਮਝ ਦੇ ਦਿੱਤੀ ਹੈ ਕਿ ਇੱਕੋ ਨਾਮ ਹੀ ਸ੍ਰੇਸ਼ਟ ਹੁਕਮ ਹੈ। ਇੱਕ ਨਾਮ ਤੋਂ ਬਿਨਾਂ ਹੋਰ ਦੂਜਾ ਕੋਈ ਵੀ ਨਹੀਂ। ਕਿਉਂਕਿ ਇੱਕ ਹੈ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਇ। ਉਹ ਇੱਕੋ ਪਰਮਾਤਮਾ ਹੈ, ਦੂਜਾ ਕੋਈ ਨਹੀਂ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਕਹਿੰਦੇ ਧੰਨਤਾ ਯੋਗ ਹਨ ਉਹ ਸਤ ਸੰਗਤੀ ਸੰਗੀ ਜਨ ਜਿਹੜੇ ਸਤ ਸੰਗਤ ਦੇ ਵਿੱਚ ਬੈਠ ਕੇ ਪ੍ਰਮਾਤਮਾ ਦੇ ਰਸ ਨੂੰ ਮਾਣਦੇ ਹਨ। ਮਿਲ ਜਨ ਨਾਨਕ ਨਾਮ ਧਿਆਇਆ। ਕਹਿੰਦੇ ਇਹ ਨਾਨਕ ਉਹਨਾਂ ਜਨਾਂ ਦੇ ਨਾਲ ਮਿਲ ਕੇ ਜਦੋਂ ਉਸ ਮਾਲਕ ਨੂੰ ਤੂੰ ਧਿਆ ਲਵੇਂਗਾ, ਫਿਰ ਮਿਲ ਜਨ ਨਾਨਕ ਨਾਮ ਪ੍ਰਗਾਸ, ਤੇਰੇ ਅੰਦਰ ਪ੍ਰਗਾਸ਼ ਹੋ ਜਾਵੇਗਾ, ਖੇੜਾ ਹੋ ਜਾਵੇਗਾ, ਚਾਨਣ ਹੋ ਜਾਵੇਗਾ। ਕਿਉਂਕਿ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਮਨ ਦੇ ਵਿੱਚ ਆ ਕੇ ਉਹ ਕਰਮ ਵਸ ਜਾਂਦੇ ਹਨ। ਅੱਗੇ ਪੜ੍ਹਦੇ ਹਾਂ ਬਚਨ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਕਹਿੰਦੇ ਹੇ ਮੇਰੇ ਮਾਧੋ ਜੀ, ਜਿਹੜਾ ਸਤ ਸੰਗਤ ਦੇ ਵਿੱਚ ਆ ਕੇ ਮਿਲ ਗਿਆ ਉਹ ਤਰ ਗਿਆ। ਇਸ ਭਵਜਲ ਸੰਸਾਰ ਸਾਗਰ ਤੋਂ ਪਾਰ ਲੰਘਣ ਦੇ ਲਈ ਤੈਨੂੰ ਸਤ ਸੰਗਤ ਵਿੱਚ ਮਿਲਣਾ ਪਵੇਗਾ। ਸਰੰਜਾਮ ਲਾਗ ਭਵਜਲ ਤਰਨ ਕੈ। ਕਹਿੰਦੇ ਇੰਤਜ਼ਾਮ ਕਰਨ ਵਿੱਚ ਲੱਗ, ਕੀ? ਸੰਸਾਰ ਸਾਗਰ ਤੋਂ ਪਾਰ ਲੰਘਣ ਦੇ ਲਈ। ਹੁਣ ਦੇਖੋ ਨਾ, ਮਨੁੱਖ ਨੇ ਮਕਾਨ ਬਣਾਉਣਾ ਹੋਵੇ, ਆਪਣਾ ਮਕਾਨ ਬਣਾਉਣ ਦੇ ਲਈ ਉਹ ਇੰਤਜ਼ਾਮ ਕਰਦਾ। ਪਹਿਲਾਂ ਬਰੇਤੀ ਇਕੱਠੀ ਕਰਦਾ, ਬਜਰੀ ਇਕੱਠੀ ਕਰਦਾ, ਸਰੀਆ ਇਕੱਠਾ ਕਰਦਾ, ਫਿਰ ਇੱਟਾਂ ਲੈ ਕੇ ਆਉਂਦਾ, ਫਿਰ ਲੇਬਰ ਲੈ ਕੇ ਆਉਂਦਾ, ਫਿਰ ਮਿਸਤਰੀ ਲੈ ਕੇ ਆਉਂਦਾ, ਫਿਰ ਮਕਾਨ ਸ਼ੁਰੂ ਕਰਦਾ। ਭਾਵ ਕਿ ਮਕਾਨ ਬਣਾਉਣ ਤੋਂ ਪਹਿਲਾਂ ਉਹਦਾ ਸਾਰਾ ਇੰਤਜ਼ਾਮ ਕਰਦਾ ਹੈ। ਕਿਤੇ ਜਾਣਾ ਹੋਵੇ ਮਨੁੱਖ ਨੇ ਪਰਿਵਾਰ ਦੇ ਨਾਲ, ਪਹਿਲਾਂ ਉਹ ਜਾਣ ਦੇ ਲਈ ਇੰਤਜ਼ਾਮ ਕਰਦਾ ਹੈ ਕਿ ਜਾਣਾ ਕਿਵੇਂ ਹੈ। ਇੰਤਜ਼ਾਮ ਕਿਸ ਲਈ? ਕਿਉਂਕਿ ਸੌਖਾ ਜਾਇਆ ਜਾ ਸਕੇ, ਰਸਤੇ ਵਿੱਚ ਪੈਂਡੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ। ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਤੂੰ ਮਨੁੱਖਾ ਜਨਮ ਦੀ ਵਾਰੀ ਲੈ ਕੇ ਆਇਆ ਹੈ ਤੇ ਇਸ ਕਰਕੇ ਤੂੰ ਆਪਣੀ ਇਸ ਵਾਰੀ ਨੂੰ ਸੰਭਾਲਣ ਦਾ ਯਤਨ ਕਰ, ਸੰਭਾਲ, ਇੰਤਜ਼ਾਮ ਕਰ। ਕੀ ਕਰ? ਸਤ ਸੰਗਤ ਦੇ ਵਿੱਚ ਬੈਠ ਕੇ ਕੇਵਲ ਨਾਮ, ਇੱਕੋ ਨਾਮ ਨੂੰ ਜਪ। ਇੱਕੋ ਨਾਮ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ। ਅਵਰ ਕਾਜ ਤਿਰਕਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਇੱਕੋ ਪਰਮਾਤਮਾ ਦੇ ਨਾਮ ਨੂੰ ਭਜ, ਚੇਤੇ ਕਰ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਭ। ਇਹੀ ਮਨੁੱਖਾ ਜਨਮ ਦਾ ਲਾਭ ਹੈ ਕਿ ਸਤ ਸੰਗਤ ਦੇ ਵਿੱਚ ਬੈਠ ਕੇ ਤੂੰ ਨਾਮ ਜਪ। ਗੁਰੂ ਪਾਤਸ਼ਾਹ ਜੀ ਵੀ ਇਸੇ ਗੱਲ ਤੇ ਸਿੱਧਾਂ ਨੂੰ ਇਹ ਗੱਲ ਕਹਿ ਰਹੇ ਨੇ। ਕਹਿੰਦੇ
ਵੀ ਤੁਸੀਂ ਆਸਣ ਲਗਾ ਕੇ ਬੈਠ ਗਏ, ਇਕੱਠੇ ਹੋ ਕੇ ਬੈਠ ਗਏ, ਪਰ ਇਕੱਠੇ ਹੋ ਕੇ ਬੈਠਣ ਦੇ ਨਾਲ ਤੁਹਾਨੂੰ ਪ੍ਰਣਾਮ ਨਹੀਂ, ਸੰਤ ਸਭਾ ਜੈਕਾਰੋ ਤੁਹਾਨੂੰ ਜੈਕਾਰ ਨਹੀਂ ਕੀਤਾ ਜਾ ਸਕਦਾ। ਜੈਕਾਰ ਕਿਸ ਨੂੰ ਕੀਤਾ ਜਾ? ਕਹਿੰਦੇ ਤਿਸ ਆਗੈ ਰਹਿ ਰਾਸ ਹਮਾਰੀ, ਸਾਚਾ ਅਪਰ ਅਪਾਰੋ। ਕਹਿੰਦੇ ਤਿਸ ਆਗੈ, ਗੁਰੂ ਜੀ ਉੱਤਰ ਦਿੰਦੇ ਨੇ, ਕਹਿੰਦੇ ਮੇਰਾ ਨਮਸਕਾਰ ਉਸ ਦੇ ਅੱਗੇ ਹੈ ਜੋ ਸੱਚਾ ਹੈ, ਬੇਅੰਤ ਹੈ ਤੇ ਪਰਮ ਸ਼ਕਤੀਮਾਨ ਹੈ, ਸੱਚਾ ਹੈ। ਕਹਿੰਦੇ ਮੈਂ ਹਮੇਸ਼ਾ ਉਸੇ ਨੂੰ ਹੀ ਨਮਸਕਾਰ ਕਰਦਾ ਹਾਂ। ਤੇ ਇਹੀ ਗੱਲ ਪਾਤਸ਼ਾਹ ਜੀ ਨੇ ਸਿਖਾਈ ਹੈ। ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ, ਗੁਰ ਕੇ ਸ਼ਬਦ ਮਨ ਜੀਤਿਆ, ਗਤ ਮੁਕਤ ਘਰੇ ਮਹਿ ਪਾਓ। ਘਰ ਦੇ ਵਿੱਚ ਹੀ ਰਹਿ ਕੇ, ਸ੍ਰਿਸ਼ਟੀ ਦੇ ਵਿੱਚ ਹੀ ਰਹਿ ਕੇ, ਇਸ ਸਰੀਰ ਦੇ ਵਿੱਚ ਹੀ ਰਹਿ ਕੇ ਮੁਕਤੀ ਪਾਈ ਜਾ ਸਕਦੀ ਹੈ। ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਹਰ ਕਾ ਨਾਮ ਧਿਆਈਐ, ਸਤ ਸੰਗਤ ਮੇਲ ਮਿਲਾਏ। ਸਤ ਸੰਗਤ ਦੇ ਵਿੱਚ ਮਿਲ ਕੇ ਉਸ ਮਾਲਕ ਦਾ ਨਾਮ ਧਿਆਈਏ। ਸਤਿਗੁਰੂ ਕਹਿੰਦੇ ਨਮਸਕਾਰ ਉਸ ਨੂੰ ਹੈ ਜਿਹੜੇ ਨਾਮ ਆਪ ਜਪਦੇ ਨੇ ਤੇ ਹੋਰਾਂ ਨੂੰ ਜਪਾਉਂਦੇ ਨੇ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਜਿਹੜਾ ਆਪ ਜਪਦਾ ਹੈ ਤੇ ਹੋਰਾਂ ਨੂੰ ਜਪਾਉਂਦਾ ਹੈ। ਤਿਸ ਆਗੇ ਰਹਿ ਰਾਸ ਹਮਾਰੀ, ਕਹਿੰਦੇ ਮੇਰੀ ਉਸ ਅੱਗੇ ਹੀ ਅਰਦਾਸ ਹੈ, ਉਸ ਅੱਗੇ ਹੀ ਬੇਨਤੀ ਹੈ, ਉਸ ਅੱਗੇ ਹੀ ਜੋਦੜੀ ਹੈ, ਜਿਹੜਾ ਆਪ ਉਸ ਸੱਚੇ ਮਾਲਕ ਪਰਮਾਤਮਾ ਆਪ ਬੇਅੰਤ ਹੈ। ਜਿਹੜਾ ਮਸਤਕ ਕਾਟ ਧਰੀ ਤਿਸ ਆਗੇ, ਤਨ ਮਨ ਆਗੇ ਦਿਓ। ਕਹਿੰਦੇ ਮੈਂ ਤਾਂ ਆਪਣਾ ਆਪ ਉਹਨਾਂ ਨਾਮ ਦੇ ਰਸੀਆਂ ਤੋਂ ਕੁਰਬਾਨ ਕਰ ਦੇਵਾਂ, ਸਿਰ ਵੱਢ ਕੇ ਰੱਖ ਦੇਵਾਂ, ਤਨ ਆਪਣੀ ਦੇਹ ਤੇ ਆਪਣਾ ਮਨ ਉਹਨਾਂ ਦੇ ਅਰਪਣ ਕਰ ਦੇਵਾਂ। ਇੰਨਾ ਪਿਆਰ ਸੱਚੇ ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਦੇ ਨਾਲ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦ੍ਰਿੜ ਕਰਵਾਇਆ ਹੈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ। ਗੁਰੂ ਨਾਲ ਪ੍ਰੇਮ ਹੈ, ਅਕਾਲ ਪੁਰਖ ਦੇ ਨਾਲ ਇੰਨਾ ਪ੍ਰੇਮ। ਭਗਤ ਕਬੀਰ ਜੀ ਵੀ ਕਹਿੰਦੇ ਨੇ, ਜੋ ਤਨ ਚੀਰੇ ਅੰਗ ਨਾ ਮੋਰੋਂ, ਪਿੰਡ ਪਰੈ ਤੋ ਪ੍ਰੀਤ ਨਾ ਤੋੜ। ਸਰੀਰ ਉੱਤੇ ਕਸ਼ਟ ਆ ਜਾਵੇ, ਕਹਿੰਦੇ ਮੈਂ ਪ੍ਰੀਤ ਨਹੀਂ ਤੋੜਦਾ। ਕੇਤਿਆਂ ਦੁਖ ਭੂਖ ਸਦ ਮਾਰ, ਇਹ ਫੇ ਦਾਤ ਤੇਰੀ ਦਾਤਾਰ। ਇਹ ਦਾਤਾਰ, ਇਹ ਤੇਰੀ ਸੱਚੀ ਦਾਤ ਹੈ। ਤੇਰੀ ਦਾਤ ਦੇ ਵਿੱਚ ਹੀ ਮੈਂ ਹਮੇਸ਼ਾ ਖੁਸ਼ ਹਾਂ। ਤੂੰ ਕੁਝ ਵੀ ਦੇ, ਦੁੱਖ ਦੇ, ਭੁੱਖ ਦੇ, ਭੈੜੀ ਮਾਰ ਦੇ, ਹਰੇਕ ਤੇਰੀ ਦਾਤ ਹੈ। ਮੈਂ ਤੇਰੀ ਦਾਤ ਦੇ ਵਿੱਚ ਖੁਸ਼ ਹਾਂ। ਕਿਉਂਕਿ ਬੰਦ ਖਲਾਸੀ ਭਾਣੇ ਹੋਏ, ਭਾਣੇ ਵਿੱਚ ਚੱਲਣ ਦੇ ਨਾਲ ਹੀ ਬੰਧਨਾਂ ਤੋਂ ਖਲਾਸੀ ਹੁੰਦੀ ਹੈ। ਨਾਨਕ ਸੰਤ ਮਿਲੈ ਸੱਚ ਪਾਈਐ, ਸਹਿਜ ਭਾਏ ਜਸ ਲਿਓ। ਕਹਿੰਦੇ ਨਾਨਕ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦੇ ਦੁਆਰਾ ਸੱਚਾ ਸੁਆਮੀ ਪ੍ਰਾਪਤ ਹੋ ਜਾਂਦਾ ਹੈ। ਸੰਤ ਕੌਣ ਹੈ? ਕਹਿੰਦੇ ਰਾਮ ਇੱਕ ਹੈ, ਰਾਮ ਜਿਹੜਾ ਦਾਤਾ ਹੈ ਮੁਕਤੀ ਦੇ ਲਈ। ਇੱਕ ਹੈ ਸੰਤ ਜਿਹੜਾ ਨਾਮ ਜਪਾਉਂਦਾ ਹੈ। ਇਹੀ ਦੋ ਗੱਲਾਂ ਬਾਣੀ ਵਿੱਚ ਬਖਸ਼ਿਸ਼ ਕੀਤੀਆਂ ਨੇ। ਕਹਿੰਦੇ ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਕਹਿੰਦੇ ਸੰਤ ਨਾਮ ਜਪਾਉਂਦਾ, ਸੇਵਾ ਕੋ ਦੋਏ ਭਲੇ। ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਕਹਿੰਦੇ ਦਾਤਾ ਅਕਾਲ ਪੁਰਖ, ਉਹ ਮੁਕਤ ਕਰਨ ਵਾਲਾ। ਸੰਤ ਨਾਮ ਜਪਾਉਂਦੇ ਨੇ ਤੇ ਨਾਮ ਦੇ ਦੁਆਰਾ ਹੀ ਮੁਕਤ ਹੋਇਆ ਜਾ ਸਕਦਾ ਹੈ। ਸੋ ਇਸ ਕਰਕੇ ਐਸੇ ਸੰਤ ਸਾਧੂ ਸਤਿਗੁਰੂ ਸੰਤ ਦੇ ਨਾਲ ਜੁੜ ਜਾਈਏ ਤਾਂ ਕਿ ਸਾਡੇ ਜੀਵਨ ਦੇ ਵਿੱਚ ਖੁਸ਼ਹਾਲੀ ਆ ਸਕੇ। ਅੱਗੇ ਰਹਾਉ ਦੀਆਂ ਜਿਹੜੀਆਂ ਪੰਕਤੀਆਂ ਨੇ, ਰਹਾਉ ਕਹਿੰਦੇ ਨੇ ਕੇਂਦਰੀ ਭਾਵ, ਸ਼ਬਦ ਦਾ ਕੇਂਦਰੀ ਭਾਵ। ਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਰਹਾਉ ਜਪਜੀ ਸਾਹਿਬ ਜੀ ਨੂੰ ਮੰਨਿਆ ਗਿਆ ਹੈ। ਜਪਜੀ ਸਾਹਿਬ ਦਾ ਰਹਾਉ ਮੂਲ ਮੰਤਰ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ। ਤੇ ਇਸ ਸਿੱਧ ਗੋਸ਼ਟ ਬਾਣੀ ਦੇ ਵਿੱਚ ਰਹਾਉ ਦਾ ਜਿਹੜਾ ਬੰਦ ਹੈ ਉਹ ਹੈ, ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਈ। ਗੁਰੂ ਸਾਹਿਬ ਜੀ ਕਹਿੰਦੇ, ਹੇ ਚਰਪਟ, ਹੇ ਜੋਗੀ, ਇਹ ਭਟਕਣਾ ਕਾਸ ਦੀ ਹੈ। ਇਸ ਸੰਸਾਰ ਦੇ ਵਿੱਚ ਕਿਉਂ ਭੌਂਦੇ ਫਿਰਨਾ ਹੈ, ਕਿਉਂ ਭਟਕਦੇ ਫਿਰਨਾ ਹੈ?
ਸੋ ਇਸ ਕਰਕੇ ਭਟਕਣਾ ਛੱਡ, ਆਪਣੀ ਭਟਕਣਾ ਨੂੰ ਮੁਕਾ ਕੇ ਉਸ ਸੱਚੇ ਨਾਲ ਜੁੜ ਜਾ, ਜਿਸ ਨਾਲ ਜੁੜਨ ਤੇ ਪਵਿੱਤਰ ਹੋ ਜਾਈਦਾ ਹੈ। ਸਵਾਲ ਹੈ ਜਪਜੀ ਸਾਹਿਬ ਦੇ ਵਿੱਚ ਪਹਿਲਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਰ। ਸਚਿਆਰ ਕਿਵੇਂ ਹੋਵਾਂ, ਸੱਚ ਦੇ ਯੋਗ ਕਿਵੇਂ ਬਣਾ। ਗੁਰੂ ਪਾਤਸ਼ਾਹ ਜੀ ਕਹਿੰਦੇ ਹੁਕਮ ਰਜਾਈ ਚੱਲਣਾ, ਰਜਾ ਵਾਲੇ ਦੀ ਹੁਕਮ ਦੇ ਵਿੱਚ ਚੱਲਣਾ ਹੀ ਸਚਿਆਰ ਹੋਣਾ ਹੈ। ਸੋ ਇਸ ਕਰਕੇ ਉਹ ਸੱਚੇ ਮਾਲਕ ਨਾਲ ਜੁੜ ਕੇ ਅਸੀਂ ਵੀ ਸਚਿਆਰ ਹੋ ਸਕਦੇ ਹਾਂ। ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਪਰ ਇੱਕ ਪਾਸੇ ਦੁਨੀਆ ਦਾ ਖਿਆਲ ਇਹ ਸੀ ਵੀ ਸ਼ਾਇਦ ਨਹਾਉਣ ਦੇ ਨਾਲ ਸੁੱਚੇ ਹੋਇਆ ਜਾਂਦਾ, ਪਵਿੱਤਰ ਹੋਇਆ ਜਾਂਦਾ। ਪਰ ਗੁਰੂ ਪਾਤਸ਼ਾਹ ਜੀ ਦੀ ਨਜ਼ਰ ਦੇ ਵਿੱਚ ਪਵਿੱਤਰ ਉਹ ਹੈ ਜਿਹੜਾ ਮਨ ਦੇ ਵਿੱਚ ਨਾਮ ਨੂੰ ਜਪ ਕੇ ਪਾਪਾਂ ਦੀ ਮੈਲ ਨੂੰ ਧੋ ਦਿੰਦਾ, ਵਿਕਾਰਾਂ ਨੂੰ ਕੱਟ ਲੈਂਦਾ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਤਿਆਗ ਦਿੰਦਾ ਹੈ ਨਾਮ ਦੇ ਵਿੱਚ ਜੁੜ ਕੇ। ਕਹਿੰਦੇ ਉਹੀ ਅਸਲੀ ਸ੍ਰੇਸ਼ਟ ਸੰਤ ਹੈ। ਸੰਤ ਦੀ ਉਦਾਹਰਨ ਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਵੀ ਦਿੱਤੀ ਹੈ। ਕਹਿੰਦੇ ਜਿੰਨਾ ਸਾਸ ਗਿਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧੰਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਨ੍ਹਾਂ ਨੂੰ ਸਾਸ ਗਿਰਾਸ ਹਰ ਪਲ ਚੇਤੇ ਵਿੱਚ ਰਹਿੰਦਾ ਹੈ ਮਾਲਕ ਪਰਮਾਤਮਾ, ਕਹਿੰਦੇ ਉਹ ਸੰਤ ਨੇ ਪੂਰਨ। ਉਹਨਾਂ ਦਾ ਜੀਵਨ ਸੰਤ ਵਾਲਾ ਹੈ, ਚੰਗੇ ਗੁਣਾਂ ਵਾਲਾ ਹੈ, ਸ੍ਰੇਸ਼ਟ ਹੈ। ਸੋ ਇਸ ਕਰਕੇ ਉਹ ਸੱਚੇ ਦੇ ਨਾਲ ਜੁੜ ਜਾਈਏ ਜਿਹੜਾ ਆਪ ਸੱਚਾ ਹੈ। ਜਪਜੀ ਸਾਹਿਬ ਜੀ ਦੇ ਵਿੱਚ ਵੀ ਨਹਾਉਣ ਦਾ ਖੰਡਨ ਕੀਤਾ ਹੈ। ਸੋਚੈ ਸੋਚ ਨਾ ਹੋਵੀ ਜੇ ਸੋਚੀ ਲੱਖ ਵਾਰ। ਨਹਾਉਣ ਦੇ ਨਾਲ ਪਰਮਾਤਮਾ ਨਹੀਂ ਮਿਲਦਾ, ਮਨ ਸੁੱਚਾ ਨਹੀਂ ਹੁੰਦਾ। ਸਾਚ ਸ਼ਬਦ ਬਿਨ ਮੁਕਤ ਨਾ ਕੋਈ। ਗੁਰੂ ਪਾਤਸ਼ਾਹ ਜੀ ਕਹਿੰਦੇ ਸੱਚੇ ਸ਼ਬਦ ਤੋਂ ਬਿਨਾ ਕੋਈ ਵੀ ਮੁਕਤ ਨਹੀਂ ਹੋ ਸਕਦਾ। ਜੇ ਮੁਕਤ ਹੋਣਾ ਹੈ ਤਾਂ ਤੈਨੂੰ ਸੱਚੇ ਨਾਮ ਦੇ ਨਾਲ, ਸ਼ਬਦ ਦੇ ਨਾਲ ਜੁੜਨਾ ਪਵੇਗਾ। ਤੇ ਸ਼ਬਦ ਕੀ ਹੈ? ਗੁਰਬਾਣੀ ਦੱਸਦੀ ਹੈ, ਕਹਿੰਦੇ ਏਕ ਸ਼ਬਦ ਵਿਚਾਰੀਐ ਜਾ ਤੂੰ ਤਾਂ ਕਿਆ ਹੋਰ। ਇੱਕੋ ਸ਼ਬਦ ਦੀ ਵਿਚਾਰ ਕਰੀਏ, ਬਾਣੀ ਦੀ ਵਿਚਾਰ ਕਰੀਏ, ਉਹਨੂੰ ਮਨ ਵਿੱਚ ਵਸਾ ਲਈਏ। ਸੁਣਿਆ ਮੰਨਿਆ ਮਨ ਕੀਤਾ ਭਾਓ, ਫੇਰੀ ਅੰਤਰਗਤ ਤੀਰਥ ਮਲ ਨਹਾਓ। ਫੇਰੀ ਅੰਦਰਲੇ ਮਨ ਨੂੰ ਤੀਰਥ, ਸਤਿਗੁਰੂ ਤੀਰਥ ਉੱਤੇ ਨਮਾਇਆ ਜਾਂਦਾ ਹੈ। ਗੁਰੂ ਦੇ ਵਰਗਾ ਹੋਰ ਤੀਰਥ ਕੋਈ ਨਹੀਂ, ਸੱਚਾ ਸ਼ਬਦ ਹੀ ਤੀਰਥ ਹੈ। ਸੋ ਇਸ ਕਰਕੇ ਜਦੋਂ ਸੱਚਾ ਸ਼ਬਦ ਸਾਡੇ ਅੰਦਰ ਵਸ ਗਿਆ, ਅਸੀਂ ਸੱਚੇ ਸ਼ਬਦ ਦੇ ਨਾਲ ਜੁੜ ਗਏ, ਤਾਂ ਸਾਡੇ ਲਈ ਉਸ ਅਕਾਲ ਪੁਰਖ ਤੋਂ ਬਿਨਾਂ ਹੋਰ ਕੋਈ ਨਹੀਂ। ਪਿਰ ਰਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ। ਜਦੋਂ ਗੁਰੂ ਦਾ ਸ਼ਬਦ ਸੁਣਿਆ ਤਾਂ ਸਾਨੂੰ ਸੱਚਾ ਪਿਰ ਪਤੀ ਪਰਮਾਤਮਾ ਮਿਲ ਜਾਂਦਾ ਹੈ, ਮਿਲ ਪੈਂਦਾ ਹੈ। ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰ ਨਾ ਜਾਈ। ਜਦੋਂ ਗੁਰੂ ਦਾ ਸ਼ਬਦ ਬਾਣੀ ਅੰਦਰ ਵਸ ਗਈ, ਹਿਰਦੇ ਵਿੱਚ ਵਸ ਗਈ, ਤਾਂ ਫਿਰ ਮਾਲਕ ਕਦੇ ਭੁੱਲਦਾ ਨਹੀਂ, ਪਰਮਾਤਮਾ ਕਦੇ ਵਿਸਰਦਾ ਨਹੀਂ। ਚੇਤਾ ਰੱਖਿਓ, ਜਦੋਂ ਮਾਲਕ ਭੁੱਲ ਗਿਆ ਫਿਰ ਸਾਡੇ ਉੱਤੇ ਪਰੇਸ਼ਾਨੀਆਂ ਜਿਹੜੀਆਂ ਵਿਕਾਰਾਂ ਦੀਆਂ ਨੇ ਉਹ ਵੱਧ ਜਾਂਦੀਆਂ ਨੇ। ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਜਨਮਾਂ ਜਨਮਾਂ ਦਾ ਵਿਛੋੜਾ ਲੱਗ ਜਾਂਦਾ ਹੈ ਜਦੋਂ ਪਰਮਾਤਮਾ ਭੁੱਲ ਜਾਂਦਾ ਹੈ। ਸੱਚ ਬਾਣੀ ਸੱਚ ਸ਼ਬਦ ਹੈ। ਸੱਚੀ ਬਾਣੀ ਹੀ ਸੱਚਾ ਸ਼ਬਦ ਹੈ। ਸੱਚ ਦਾ ਅਰਥ ਹੈ ਸਦੀਵੀ ਸੱਚ, ਅਕਾਲ ਪੁਰਖ ਪਰਮਾਤਮਾ। ਜਾਂ ਸੱਚ ਧਰੇ ਪਿਆਰ, ਜਦੋਂ ਅਸੀਂ ਸੱਚੇ ਨਾਲ ਪਿਆਰ ਧਰ ਲਵਾਂਗੇ। ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੈ ਤਿਖ ਜਾਏ। ਗੁਰੂ ਦਾ ਸ਼ਬਦ ਹੀ ਸਿੱਖ ਦੇ ਲਈ ਅੰਮ੍ਰਿਤ ਹੈ, ਜਿਸ ਨੂੰ ਪੀਣ ਦੇ ਨਾਲ ਵਿਕਾਰ ਰੂਪੀ ਜ਼ਹਿਰ ਜ਼ਿੰਦਗੀ ਦੇ ਵਿੱਚੋਂ ਕੱਟਿਆ ਜਾਂਦਾ ਹੈ, ਮਿਟ ਜਾਂਦਾ ਹੈ। ਸਤਿਗੁਰ ਸੱਚ ਦ੍ਰਿੜਾਇਆ, ਸਦਾ ਸੱਚ ਸੰਜਮ ਰਹਿਣਾ। ਸਤਿਗੁਰ ਸੱਚਾ ਹੈ ਬੋਹਿਥਾ, ਸ਼ਬਦੇ ਭਵਜਲ ਤਰਨਾ। ਕਹਿੰਦੇ ਸੱਚਾ ਸ਼ਬਦ ਹੀ ਸਤਿਗੁਰੂ ਬੋਹਿਥਾ ਹੈ। ਸੋ ਇਸ ਸਤਿਗੁਰੂ ਬੋਹਿਥੇ ਦੇ ਵਿੱਚ ਰਲ ਕੇ ਆਪਾਂ ਤਰ ਸਕਦੇ ਹਾਂ ਇਸ ਸੰਸਾਰ ਸਾਗਰ ਦੇ ਵਿੱਚੋਂ। ਸੋ ਇਸ ਸਾਗਰ ਦੇ ਵਿੱਚੋਂ ਤਰਨ ਦਾ ਯਤਨ ਕਰੀਏ। ਸੋ ਇਹ ਸਿੱਧ ਗੋਸ਼ਟ ਬਾਣੀ ਦੀ ਪਹਿਲੀ ਪੌੜੀ ਤੇ ਰਹਾਉ ਦੀਆਂ ਪੰਕਤੀਆਂ ਦੀ ਆਪਾਂ ਵਿਚਾਰ ਅੱਜ ਸਾਂਝੀ ਕੀਤੀ ਹੈ। ਸੋ ਭਟਕਣਾ ਤੋਂ ਮੁਕਤ ਹੋਈਏ ਅਸੀਂ ਵੀ। ਕਿਆ ਭਵੀਐ ਸੱਚ ਸੂਚਾ ਹੋਏ। ਭਟਕਣਾ ਦਾ ਕੀ ਲਾਭ?
ਸੱਚ ਦੇ ਨਾਲ ਜੁੜ ਕੇ ਹੀ ਸੁੱਚਾ ਹੋਇਆ ਜਾ ਸਕਦਾ ਹੈ। ਸੱਚ ਨਾਲ ਜੁੜੀਏ, ਸੱਚ ਨੂੰ ਪਿਆਰ ਕਰੀਏ, ਗੁਰੂ ਨਾਨਕ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨੀਏ, ਆਪਣੇ ਆਦਰਸ਼ਕ ਜੀਵਨ ਨੂੰ ਹੋਰ ਆਦਰਸ਼ਕ ਬਣਾਉਣ ਦੇ ਲਈ ਬਾਣੀ ਦਾ ਰੋਜ਼ਾਨਾ ਨਿਤਨੇਮ ਕਰੀਏ, ਬਾਣੀ ਪੜ੍ਹੀਏ, ਸਹਿਜ ਪਾਠ ਆਪ ਕਰੀਏ। ਸੋ ਫੇਰ ਹੀ ਸਾਡਾ ਸੰਸਾਰ ਤੇ ਆਇਆ ਸਫਲ ਹੈ। ਸੋ ਇੰਨੀਆਂ ਕੁ ਭੁੱਲਾਂ ਨਾ, ਇੰਨੀਆਂ ਕੁ ਵਿਚਾਰਾਂ ਆਪ ਸੰਗਤਾਂ ਦੇ ਸਨਮੁਖ ਰੱਖੀਆਂ ਨੇ। ਸੋ ਭੁੱਲਾਂ ਨਾ ਚਿਤਾਰਨੀਆਂ, ਭੁੱਲਾਂ ਮੇਰੀਆਂ ਜਾਣ ਕੇ ਮੇਰੀ ਝੋਲੀ ਵਿੱਚ ਪਾ ਦੇਣੀਆਂ, ਗੁਰੂ ਕਾ ਸ਼ਬਦ ਹਿਰਦੇ ਵਿੱਚ ਵਸਾ ਕੇ ਕਮਾਈ ਕਰਨੀ। ਸੋ ਲਗਾਤਾਰ ਇਸ ਬਾਣੀ ਦੇ ਨਾਲ ਆਪਾਂ ਜੁੜਦੇ ਰਵਾਂਗੇ। ਸਭਨਾ ਸੰਗਤਾਂ ਦਾ ਧੰਨਵਾਦ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਭਨਾਂ ਨੂੰ ਗੁਰਸਿੱਖੀ, ਜੀਵਨ ਦਾਨ, ਨਾਮ ਦੀਆਂ ਦਾਤਾਂ ਬਖਸ਼ਣ। ਮੇਰੇ ਵੱਲੋਂ ਬੁਲਾਈ ਗਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।